ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਹਾਂ ਜੀ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ। ਉਮੀਦ ਹੈ ਤੁਹਾਨੂੰ ਇਹ ਵੀ ਜ਼ਰੂਰ ਪਸੰਦ ਆਵੇਗੀ। ਅੱਜ ਦੀ ਰਾਤ ਵੀ ਇੱਕ ਆਮ ਰਾਤਾਂ ਵਰਗੀ ਹੀ ਰਾਤ ਸੀ। ਚਾਰ ਚੁਫੇਰੇ ਚੁੱਪ ਪਸਰੀ ਹੋਈ ਸੀ। ਰਾਤ ਦਾ ਤੀਜਾ ਪਹਿਰ ਸੀ। ਮੈਂ ਇਕੱਲੀ ਹੀ ਜਾਗਦੀ ਸੀ। ਜਦੋਂ ਮੈਂ ਚਾਰ ਚੁਫੇਰੇ ਦੇਖਿਆ ਤਾਂ ਸਾਰੇ ਸੁੱਤੇ ਪਏ ਸੀ। ਮੈਂ ਉੱਠ ਕੇ ਉਸ ਹਾਲ ਜਿਹੇ ਵੱਡੇ ਕਮਰੇ ਵਿੱਚੋਂ ਬਾਹਰ ਨਿਕਲ ਆਈ। ਮੈਂ ਬਾਹਰ ਨੂੰ ਤੁਰ ਪਈ ਤੇ ਜੇਲ੍ਹ ਦੇ ਦੂਜੇ ਪਾਸੇ ਚਲੀ ਗਈ। ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ ਸੀ। ਅਚਾਨਕ ਮੈਨੂੰ ਘੁੱਪ ਹਨੇਰੇ ਵਿੱਚ ਇੱਕ ਰੌਸ਼ਨੀ ਦਿਖਾਈ ਦਿੱਤੀ ਤਾਂ ਮੈਂ ਉਸੇ ਰੌਸ਼ਨੀ ਵੱਲ ਚੱਲ ਪਈ। ਉੱਥੇ ਪਹਿਲਵਾਨ ਕਪੂਰ ਸੀ। ਮੈਂ ਉਸ ਦੇ ਬਾਰੇ ਸਿਰਫ ਸੁਣਿਆ ਹੀ ਸੀ। ਮੈਂ ਉਸ ਨੂੰ ਜ਼ਿਆਦਾ ਦੇਖਿਆ ਨਹੀਂ ਸੀ। ਸਿਰਫ ਇੱਕ ਵਾਰ ਹੀ ਦੇਖਿਆ ਸੀ। ਮੈਂ ਸੁਣਿਆ ਸੀ ਕਿ ਉਹ ਇਕੱਲਾ ਹੀ ਅਜਿਹਾ ਮਰਦ ਆ ਜਿਹੜਾ ਇਸ ਪਾਸੇ ਇਕੱਲਾ ਹੀ ਜਾਂਦਾ ਸੀ। ਜਦੋਂ ਮੈਂ ਉਸ ਨੂੰ ਉੱਥੇ ਦੇਖਿਆ ਤਾਂ ਮੈਨੂੰ ਸ਼ੱਕ ਹੋ ਗਿਆ, ਕੋਈ ਨਾ ਕੋਈ ਉੱਥੇ ਗੜਬੜ ਜ਼ਰੂਰ ਹੈ। ਮੈਂ ਹੌਲੀ-ਹੌਲੀ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਜਿਵੇਂ ਹੀ ਉਹਦੇ ਪਿੱਛੇ ਗਈ ਤਾਂ ਮੈਂ ਖੱਬੇ ਪਾਸੇ ਨੂੰ ਮੁੜੀ ਤਾਂ ਜੇਲ੍ਹ ਦੇ ਉਸ ਪਾਸੇ ਬੇਸਮੈਂਟ ਬਣਿਆ ਹੋਇਆ ਸੀ। ਪਿਛਲੇ 3 ਮਹੀਨੇ ਹੋ ਗਏ ਸਨ ਮੈਨੂੰ ਇੱਥੇ ਆਈ ਨੂੰ, ਪਰ ਮੈਂ ਇਸ ਪਾਸੇ ਕਦੇ ਨਹੀਂ ਸੀ ਆਈ। ਪਰ ਮੈਨੂੰ ਅੱਜ 3 ਮਹੀਨਿਆਂ ਬਾਅਦ ਇਸ ਜਗ੍ਹਾ ਦਾ ਪਤਾ ਲੱਗਿਆ ਸੀ। ਮੇਰੇ ਦਿਲ ਵਿੱਚ ਵੀ ਤਾਂਘ ਸੀ ਕਿ ਮੈਂ ਇਸ ਜਗ੍ਹਾ ਨੂੰ ਜਾ ਕੇ ਦੇਖਾਂ। ਕੰਬਦੇ ਦਿਲ ਨਾਲ ਮੈਂ ਉਸ ਬੇਸਮੈਂਟ ਵੱਲ ਤੁਰ ਪਈ। ਪਹਿਲਵਾਨ ਵੀ ਉਸੇ ਪਾਸੇ ਹੀ ਜਾ ਰਿਹਾ ਸੀ। ਮੈਂ ਵੀ ਉਸ ਦਾ ਪਿੱਛਾ ਕਰਦੀ ਹੋਈ ਉਸ ਦੇ ਪਿੱਛੇ ਚਲੀ ਗਈ। ਮੈਨੂੰ ਡਰ ਸੀ ਕਿ ਪਹਿਲਵਾਨ ਨੂੰ ਪਤਾ ਨਾ ਲੱਗ ਜਾਵੇ ਕਿ ਕੋਈ ਉਸ ਦਾ ਪਿੱਛਾ ਕਰਦਾ। ਮੇਰੀ ਕਿਸਮਤ ਚੰਗੀ ਸੀ। ਦਰਵਾਜ਼ਾ ਅੱਧ ਖੁੱਲ੍ਹਾ ਹੋਇਆ ਸੀ। ਮੈਂ ਜਦੋਂ ਬੇਸਮੈਂਟ ਦੇ ਅੰਦਰ ਗਈ ਤਾਂ ਮੈਂ ਪਹਿਲਾਂ ਆਪਣੀਆਂ ਚੱਪਲਾਂ ਉਤਾਰ ਕੇ ਹੱਥ ਵਿੱਚ ਫੜ ਲਈਆਂ ਤੇ ਹੌਲੀ-ਹੌਲੀ ਬੇਸਮੈਂਟ ਦੀਆਂ ਪੌੜੀਆਂ ਉਤਰਨ ਲੱਗੀ। ਜਿਵੇਂ-ਜਿਵੇਂ ਮੈਂ ਥੱਲੇ ਜਾ ਰਹੀ ਸੀ, ਉਵੇਂ-ਉਵੇਂ ਮੈਨੂੰ ਕੁੜੀਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਮੈਂ ਹੌਲੀ-ਹੌਲੀ ਪੌੜੀਆਂ ਉਤਰ ਰਹੀ ਸੀ ਤੇ ਸਾਹਮਣੇ ਇੱਕ ਅਲਮਾਰੀ ਪਈ ਸੀ ਤਾਂ ਮੈਂ ਜਾ ਕੇ ਅਲਮਾਰੀ ਦੇ ਪਿੱਛੇ ਲੁਕ ਗਈ। ਜੋ ਮੈਂ ਉੱਥੇ ਦੇਖਿਆ ਤਾਂ ਮੇਰਾ ਤਾਂ ਦਿਮਾਗ ਹੀ ਹਿੱਲ ਗਿਆ। ਉੱਥੇ ਤਾਂ ਇਹ 1 ਸਾਲ ਪੁਰਾਣੀ ਕਹਾਣੀ ਹੈ। ਮੈਂ ਦਿੱਲੀ ਦੇ ਇੱਕ ਗਰੀਬ ਘਰਾਣੇ ਤੋਂ ਸੀ। ਮੈਨੂੰ ਮਿਸਰ ਜਾਣ ਦਾ ਬਹੁਤ ਸ਼ੌਂਕ ਸੀ। ਮੈਂ ਹੌਲੀ-ਹੌਲੀ ਪੈਸੇ ਇਕੱਠੇ ਕੀਤੇ। ਜਦੋਂ ਮੈਂ ਮਿਸਰ ਪਹੁੰਚੀ ਤਾਂ ਮੈਂ ਉੱਥੇ 2 ਮਹੀਨੇ ਗੈਰ ਕਾਨੂੰਨੀ ਕੰਮ ਕਰਨ ਕਰਕੇ ਮੈਨੂੰ ਜੇਲ੍ਹ ਹੋ ਗਈ ਤਾਂ ਮੈਨੂੰ ਮਿਸਰ ਦੀ ਇੱਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਮੈਨੂੰ ਜੇਲ੍ਹ ਦੇ ਮਾਹੌਲ ਵਿੱਚ ਘੁਲਣ ਮਿਲਣ ਵਿੱਚ ਜ਼ਿਆਦਾ ਵਕਤ ਨਾ ਲੱਗਿਆ। ਮੈਂ ਵਕਤ ਦੇ ਨਾਲ ਆਪਣੇ ਆਪ ਨੂੰ ਬਦਲ ਲੈਂਦੀ ਸੀ। ਮੈਂ ਇਹ ਗੱਲ ਮੰਨਦੀ ਸੀ ਕਿ ਮੈਂ ਗੈਰ ਕਾਨੂੰਨੀ ਢੰਗ ਨਾਲ ਪੈਸੇ ਇਕੱਠੇ ਕਰੇ ਸੀ। ਮੈਂ ਉਹ ਪੈਸੇ ਕਈ ਮਰਦਾਂ ਨੂੰ ਆਪਣੇ ਝੂਠੇ ਪਿਆਰ ਦੇ ਜਾਲ ਵਿੱਚ ਫਸਾ ਕੇ ਇਕੱਠੇ ਕਰੇ ਸਨ। ਤਾਂ ਹੀ ਮੈਨੂੰ ਇਸ ਕੰਮ ਦੀ ਸਜ਼ਾ ਮਿਲੀ ਸੀ। ਇਸ ਕਰਕੇ ਹੀ ਮੈਂ ਜੇਲ੍ਹ ਆਈ ਸੀ। ਮੈਨੂੰ ਜੇਲ੍ਹ ਦੇ ਜਿਹੜੇ ਹਿੱਸੇ ਵਿੱਚ ਰੱਖਿਆ ਗਿਆ ਸੀ, ਉੱਥੇ 40 ਤੋਂ ਵੱਧ ਕੁੜੀਆਂ ਸਨ। ਪਰ ਉਹਨਾਂ ਕੁੜੀਆਂ ਨੂੰ ਦੇਖ ਕੇ ਮੇਰੀ ਤਾਂ ਰੂਹ ਕੰਬ ਉੱਠੀ, ਕਿਉਂਕਿ ਉਹ ਸਾਰੀਆਂ ਕੁੜੀਆਂ ਹੀ ਜਵਾਨ ਤੇ ਬਹੁਤ ਜ਼ਿਆਦਾ ਸੋਹਣੀਆਂ ਸਨ ਤੇ ਉਹਨਾਂ ਦੀ ਉਮਰ ਵੀ 20 ਤੋਂ 30 ਵਿਚਕਾਰ ਹੀ ਹੋਵੇਗੀ। ਇੱਕ ਗੱਲ ਹੈਰਾਨੀ ਦੀ ਇਹ ਸੀ ਕਿ ਉਹ ਸਾਰੀਆਂ ਪ੍ਰੈਗਨੈਂਟ ਸੀ ਤੇ ਸਾਰੀਆਂ ਹੀ ਮਾਂ ਬਣਨ ਵਾਲੀਆਂ ਸਨ। ਮੈਨੂੰ ਇਹ ਦੇਖ ਕੇ ਮੈਨੂੰ ਆਪਣੇ ਆਪ ਤੇ ਯਕੀਨ ਨਾ ਹੋਇਆ। ਇਹ ਬਹੁਤ ਜ਼ਿਆਦਾ ਸੋਹਣੀਆਂ ਕੁੜੀਆਂ ਸੀ। ਮੈਨੂੰ ਤਾਂ ਦੇਖ ਕੇ ਝਟਕਾ ਜਿਹਾ ਲੱਗਾ। ਦੂਜਾ ਝਟਕਾ ਮੈਨੂੰ ਉਦੋਂ ਲੱਗਾ ਜਦੋਂ ਮੈਂ ਜੇਲ੍ਹ ਦੇ ਦੂਜੇ ਪਾਸੇ ਗਈ ਤਾਂ ਉੱਥੇ 300 ਤੋਂ ਜ਼ਿਆਦਾ ਕੁੜੀਆਂ ਤੇ ਔਰਤਾਂ ਸਨ। ਉਹਨਾਂ ਵਿੱਚੋਂ ਵੀ ਔਰਤਾਂ ਅਤੇ ਕੁੜੀਆਂ ਮਾਂ ਬਣਨ ਵਾਲੀਆਂ ਸਨ। ਮੈਨੂੰ ਤਾਂ ਇਹ ਦੇਖ ਕੇ ਆਪਣੇ ਆਪ ਤੇ ਯਕੀਨ ਨਹੀਂ ਸੀ ਹੋ ਰਿਹਾ। ਮੇਰੇ ਦਿਮਾਗ ਵਿੱਚ ਸਵਾਲ ਆਉਣ ਲੱਗੇ ਕਿ ਸਾਰੀ ਜੇਲ੍ਹ ਵਿੱਚ ਸਿਰਫ ਔਰਤਾਂ ਹੀ ਸਨ, ਕਿਤੇ ਮਰਦ ਦਾ ਨਾਮੋ ਨਿਸ਼ਾਨ ਨਹੀਂ ਸੀ। ਫਿਰ ਇਹ ਪ੍ਰੈਗਨੈਂਟ ਕਿਵੇਂ? ਸਾਰੇ ਪਾਸੇ ਕੁੜੀਆਂ ਦਾ ਹੀ ਜਾਲ ਸੀ। ਕੋਈ ਵੀ ਮਰਦ ਦਿਖਾਈ ਨਹੀਂ ਸੀ ਦਿੰਦਾ। ਕੁੜੀਆਂ ਦੇ ਇਲਾਜ ਲਈ ਵੀ ਜਿਹੜੀ ਡਾਕਟਰਾਂ ਦੀ ਟੀਮ ਸੀ ਉਹ ਵੀ ਲੇਡੀ ਨਰਸਾਂ ਦੀ ਹੀ ਸੀ ਤੇ ਉਹਨਾਂ ਦਾ ਇਲਾਜ ਵੀ ਜੇਲ੍ਹ ਵਿੱਚ ਹੀ ਕਰਿਆ ਜਾਂਦਾ ਸੀ। ਮੈਂ ਤਾਂ ਹਜੇ 3-4 ਦਿਨ ਹੀ ਜੇਲ੍ਹ ਵਿੱਚ ਗੁਜ਼ਾਰੇ ਸਨ, ਪਰ ਜੋ ਵੀ ਉੱਥੇ ਦੇਖਿਆ ਉਹ ਦੇਖ ਕੇ ਤਾਂ ਮੇਰਾ ਬੁਰਾ ਹਾਲ ਹੋ ਗਿਆ। ਪਰ ਜਦੋਂ ਮੈਨੂੰ ਇੱਕ ਰਾਜ ਮੇਰੇ ਸਾਹਮਣੇ ਖੁੱਲਿਆ ਤਾਂ ਉਹਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਉਸ ਰਾਜ ਜਾਣ ਕੇ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਉਹ ਸਾਰੀਆਂ ਕੁੜੀਆਂ ਕੁਆਰੀਆਂ ਸਨ, ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸੋਚ ਕੇ ਮੇਰਾ ਦਿਮਾਗ ਫਟ ਜਾਵੇਗਾ ਤੇ ਮੈਂ ਪਾਗਲ ਹੋ ਜਾਵਾਂਗੀ। ਇਹ ਮੇਰੇ ਲਈ ਕੋਈ ਛੋਟੀ ਗੱਲ ਨਹੀਂ ਸੀ। ਮੇਰੇ ਦਿਮਾਗ ਵਿੱਚ ਤਾਂ ਇੱਕ ਹੀ ਗੱਲ ਘਰ ਕਰ ਗਈ ਸੀ,
ਕੁਆਰੀਆਂ ਕੁੜੀਆਂ ਮਾਂ ਕਿਵੇਂ ਬਣਨ ਵਾਲੀਆਂ ਸਨ। ਮੈਂ ਤਾਂ ਹੈਰਾਨ ਸੀ ਜਦੋਂ ਵੀ ਮੈਨੂੰ ਪਤਾ ਲੱਗਿਆ ਕਿ ਉਹ ਜਦੋਂ ਜੇਲ੍ਹ ਵਿੱਚ ਆਉਂਦੀਆਂ ਸੀ ਤਾਂ ਮਹੀਨੇ ਬਾਅਦ ਹੀ ਉਹ ਪ੍ਰੈਗਨੈਂਟ ਹੋ ਜਾਂਦੀਆਂ ਸਨ। ਇਹ ਗੱਲ ਨੂੰ ਸੋਚ ਸੋਚ ਕੇ ਤਾਂ ਮੈਂ ਪਰੇਸ਼ਾਨ ਹੋ ਗਈ ਸੀ। ਮੈਨੂੰ ਇਸ ਗੱਲ ਨੇ ਉਲਝਾ ਕੇ ਰੱਖ ਦਿੱਤਾ ਸੀ। ਉਹ ਵੀ ਮੇਰੇ ਵਾਂਗ ਕੁੜੀਆਂ ਛੋਟੀ ਉਮਰ ਦੀਆਂ ਹੀ ਸਨ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਗੁਨਾਹ ਕਰਕੇ ਜੇਲ੍ਹ ਵਿੱਚ ਆਪਣੀ ਸਜ਼ਾ ਕੱਟਣ ਆਈਆਂ ਸਨ। ਮੈਨੂੰ ਵੀ ਉਹਨਾਂ ਪ੍ਰੈਗਨੈਂਟ ਕੁੜੀਆਂ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਮੈਂ 24 ਘੰਟੇ ਉਹਨਾਂ ਪ੍ਰੈਗਨੈਂਟ ਕੁੜੀਆਂ ਦੀ ਦੇਖਭਾਲ ਕਰਦੀ ਸੀ। ਜੇਲ੍ਹ ਦੇ ਉਸ ਪਾਸੇ ਕੋਈ ਵੀ ਮਰਦ ਨਹੀਂ ਸੀ ਆਉਂਦਾ ਤੇ ਨਾ ਹੀ ਕੁੜੀਆਂ ਕਦੇ ਬਾਹਰ ਗਈਆਂ ਸਨ। ਜਦੋਂ ਵੀ ਕੋਈ ਨਵੀਂ ਕੁੜੀ ਜੇਲ੍ਹ ਵਿੱਚ ਆਉਂਦੀ ਸੀ ਤਾਂ ਪਹਿਲਾਂ ਉਸਦਾ ਟੈਸਟ ਕੀਤਾ ਜਾਂਦਾ ਸੀ। 2-3 ਮਹੀਨਿਆਂ ਬਾਅਦ ਫਿਰ ਉਹਨਾਂ ਕੁੜੀਆਂ ਦਾ ਟੈਸਟ ਕਰਿਆ ਜਾਂਦਾ ਸੀ ਤਾਂ ਪਤਾ ਲੱਗਦਾ ਸੀ ਕਿ ਉਹ ਪ੍ਰੈਗਨੈਂਟ ਹੋ ਗਈਆਂ ਹਨ। ਮੇਰੀਆਂ ਅੱਖਾਂ ਦੇ ਸਾਹਮਣੇ ਜਦੋਂ ਕੁੜੀਆਂ ਬੱਚਾ ਪੈਦਾ ਕਰਦੀਆਂ ਤਾਂ ਉਸ ਤੋਂ ਬਾਅਦ ਉਹਨਾਂ ਕੁੜੀਆਂ ਦੀ ਮੌਤ ਹੋ ਜਾਂਦੀ। ਇਹ ਸਾਰਾ ਕੁਝ ਮੇਰੇ ਲਈ ਇੱਕ ਸਦਮੇ ਤੋਂ ਘੱਟ ਨਹੀਂ ਸੀ। ਸਾਨੂੰ ਸਿਰਫ ਬੱਚਾ ਹੀ ਦਿਖਾਇਆ ਜਾਂਦਾ ਸੀ ਅਤੇ ਉਹ ਬੱਚਾ ਵੀ ਸਿਰਫ ਇੱਕ ਦਿਨ ਲਈ ਹੀ ਅਸੀਂ ਸਾਂਭਣਾ ਹੁੰਦਾ ਸੀ। ਜਿਸ ਕੁੜੀ ਦੇ ਵੀ ਬੱਚਾ ਹੁੰਦਾ ਸੀ ਉਸ ਬਾਰੇ ਸਿਰਫ ਇਹੀ ਦੱਸਿਆ ਜਾਂਦਾ ਸੀ ਕਿ ਉਹ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਗੱਲ ਸੁਣ ਕੇ ਹੈਰਾਨ ਸਨ। ਜੇਕਰ ਅਸੀਂ ਪੁਰਾਣੀਆਂ ਔਰਤਾਂ ਤੋਂ ਇਸ ਗੱਲ ਨੂੰ ਪੁੱਛਦੀਆਂ ਤਾਂ ਉਹ ਸਾਨੂੰ ਕਦੇ ਵੀ ਇਸ ਬਾਰੇ ਕੁਝ ਨਹੀਂ ਸੀ ਦੱਸਦੀਆਂ। ਮੈਂ ਤਾਂ ਇਹੀ ਸੋਚਦੀ ਸੀ ਕਿ ਇੱਕ ਕੁੜੀ ਦੀ ਤਾਂ ਮੌਤ ਡਿਲੀਵਰੀ ਸਮੇਂ ਮੰਨ ਸਕਦੇ ਹਾਂ ਕਿ ਉਸ ਦੀ ਮੌਤ ਕਿਸੇ ਕਾਰਨ ਕਰਕੇ ਹੋ ਸਕਦੀ ਹੈ, ਪਰ ਸਾਰੀਆਂ ਕੁੜੀਆਂ ਦੀ ਹੀ ਮੌਤ ਕਿਵੇਂ ਹੋ ਜਾਂਦੀ ਸੀ? ਇਸ ਸਵਾਲ ਦਾ ਜਵਾਬ ਲੱਭਣ ਲਈ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਉੱਥੇ ਕੋਈ ਵੀ ਇਸ ਗੱਲ ਬਾਰੇ ਕੋਈ ਵੀ ਜਵਾਬ ਨਹੀਂ ਸੀ ਦਿੰਦਾ ਤੇ ਉੱਥੇ ਇੱਕ ਦੂਸਰੇ ਨਾਲ ਗੱਲ ਕਰਨ ਤੇ ਬਹੁਤ ਜ਼ਿਆਦਾ ਪਾਬੰਦੀ ਸੀ। ਜੇਕਰ ਅਸੀਂ ਕਦੀ ਵੀ ਕਿਸੇ ਹੋਰ ਕੁੜੀਆਂ ਜਾਂ ਔਰਤਾਂ ਨੂੰ ਬੁਲਾਉਂਦੀਆਂ ਸਨ ਤਾਂ ਅਸੀਂ ਚੋਰੀ ਛਿਪੇ ਹੀ ਗੱਲ ਕਰਦੇ ਸੀ। ਪਰ ਮੇਰੇ ਅੰਦਰ ਇੱਕ ਹੀ ਸਵਾਲ ਘਰ ਕਰ ਗਿਆ ਸੀ ਕਿ ਮੈਂ ਇਸ ਬਾਰੇ ਜਾਣ ਕੇ ਹੀ ਰਹਾਂਗੀ, ਕਿਉਂਕਿ ਜਾਸੂਸੀ ਦਾ ਕੀੜਾ ਮੇਰੇ ਬਚਪਨ ਤੋਂ ਹੀ ਮੇਰੇ ਦਿਮਾਗ ਵਿੱਚ ਸੀ। ਇਸ ਲਈ ਮੈਂ ਦਿਮਾਗ ਵਿੱਚ ਇੱਕ ਤਕਰੀਬ ਸੋਚੀ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਹੀ ਗੱਲ ਸੀ ਕਿ ਇਸ ਜੇਲ੍ਹ ਵਿੱਚ ਪਤਾ ਨਹੀਂ ਕਿੰਨੇ ਕੁ ਰਾਜ ਹਨ। ਇੱਕ ਗੱਲ ਤਾਂ ਪੱਕੀ ਸੀ ਕਿ ਇੱਥੇ ਕੁਝ ਨਾ ਕੁਝ ਗਲਤ ਜ਼ਰੂਰ ਹੁੰਦਾ ਸੀ, ਪਰ ਉਹ ਸਾਰਿਆਂ ਦੀ ਅੱਖਾਂ ਤੋਂ ਓਹਲੇ ਹੁੰਦਾ ਸੀ। ਹੁਣ ਮੈਂ ਆਪਣੇ ਦਿਮਾਗ ਵਿੱਚ ਇੱਕ ਗੱਲ ਪੱਕੀ ਧਾਰ ਲਈ ਸੀ ਕਿ ਮੈਂ ਇਸ ਰਾਜ ਤੋਂ ਪਰਦਾ ਚੱਕ ਕੇ ਹੀ ਰਹਾਂਗੀ ਕਿ ਕੁੜੀਆਂ ਮਰਦਾਂ ਤੋਂ ਬਿਨਾਂ ਪ੍ਰੈਗਨੈਂਟ ਕਿਵੇਂ ਹੁੰਦੀਆਂ ਸਨ। ਫਿਰ ਬੱਚਾ ਪੈਦਾ ਕਰਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ। ਹੋਰ ਤਾਂ ਹੋਰ ਉਹਨਾਂ ਦੀ ਲਾਸ਼ ਵੀ ਕਿਤੇ ਵੀ ਸਾਨੂੰ ਦਿਖਾਈ ਨਹੀਂ ਸੀ ਜਾਂਦੀ। ਉਹ ਕੁੜੀ ਦੀ ਮੌਤ ਕਿਵੇਂ ਹੁੰਦੀ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ। ਸਿਰਫ ਇੱਕ ਦਿਨ ਲਈ ਹੀ ਬੱਚਿਆਂ ਨੂੰ ਸੰਭਾਲਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਪਤਾ ਨਹੀਂ ਬੱਚੇ ਕਿੱਥੇ ਜਾਂਦੇ ਸੀ ਤੇ ਬੱਚਿਆਂ ਨੂੰ ਕੌਣ ਲੈ ਕੇ ਜਾਂਦਾ ਸੀ। ਇਹ ਵੀ ਇੱਕ ਸਵਾਲ ਬਣ ਕੇ ਹੀ ਰਹਿ ਗਿਆ। ਪਰ ਮੈਂ ਬਹੁਤ ਦਿਮਾਗ ਦੀ ਤੇਜ਼ ਕੁੜੀ ਸੀ। ਮੈਂ ਆਪਣੇ ਦਿਮਾਗ ਵਿੱਚ ਸੋਚਿਆ ਕਿ ਜੇ ਮੈਂ 1 ਸਾਲ ਤੱਕ ਇਸ ਜੇਲ੍ਹ ਵਿੱਚ ਰਹਿਣਾ ਸੀ ਤਾਂ ਮੈਨੂੰ ਜੇਲ੍ਹ ਦੇ ਹਰ ਕਰਮਚਾਰੀ ਨਾਲ ਪੂਰੀ ਤਰ੍ਹਾਂ ਬਣਾ ਕੇ ਰੱਖਣੀ ਪਵੇਗੀ ਤਾਂ ਕਿ ਮੈਂ ਉੱਥੇ ਕੁਝ ਵੀ ਕਰਾਂ ਸਾਰੇ ਮੇਰੇ ਤੇ ਵਿਸ਼ਵਾਸ ਕਰਨ। ਮੈਂ ਹਮੇਸ਼ਾ ਮੌਕਾ ਲੱਭਣ ਦੀ ਤਲਾਸ਼ ਵਿੱਚ ਸੀ ਕਿ ਇਹ ਕਦੋਂ ਮੈਨੂੰ ਮੌਕਾ ਮਿਲੇ ਤੇ ਮੈਂ ਆਪਣੇ ਕੰਮ ਦੀ ਮੁਕਾਮ ਤੱਕ ਪਹੁੰਚਾਂ। ਆਖਰਕਾਰ ਇੱਕ ਦਿਨ ਮੈਨੂੰ ਇਹ ਮੌਕਾ ਮਿਲ ਗਿਆ। ਜਿਹੜੀ ਔਰਤ ਮੁੱਖ ਪਹਿਰੇਦਾਰ ਸੀ ਉਸ ਦੀ ਇੱਕ ਦਿਨ ਅਚਾਨਕ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤੇ ਰਾਤ ਦਾ ਦੂਜਾ ਪਹਿਰ ਸੀ। ਉਸਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ। ਜੇਲ੍ਹ ਸ਼ਹਿਰ ਤੋਂ ਦੂਰ ਬਣਿਆ ਹੋਇਆ ਸੀ ਤੇ ਉਹ ਦਰਦ ਨਾਲ ਵਿਲਕ ਰਹੀ ਸੀ। ਜਦੋਂ ਮੈਂ ਉਸ ਦੀ ਹਾਲਤ ਦੇਖੀ ਤਾਂ ਮੈਂ ਉਸ ਕੋਲ ਗਈ। ਮੈਂ ਭਾਰਤ ਦੀ ਰਹਿਣ ਵਾਲੀ ਸੀ ਤੇ ਮੈਨੂੰ ਮੇਰੇ ਦਾਦਾ ਜੀ ਨੇ ਦੇਸੀ ਨੁਸਖੇ ਸਿਖਾਏ ਸਨ ਤਾਂ ਮੈਂ ਸੋਚਿਆ ਨੁਸਖਿਆਂ ਦੇ ਨਾਲ ਹੀ ਠੀਕ ਕਰਕੇ ਦੇਖਦੀ ਹਾਂ, ਕਿਉਂਕਿ ਮੇਰੇ ਦਾਦਾ ਜੀ ਇੱਕ ਪੁਰਾਣੇ ਵੈਦ ਸਨ ਤੇ ਉਹ ਮੈਨੂੰ ਬਚਪਨ ਵਿੱਚ ਹੀ ਮੈਂ ਆਪਣੇ ਦਾਦਾ ਜੀ ਕੋਲੋਂ ਇਹੋ ਜਿਹੇ ਛੋਟੇ-ਮੋਟੇ ਨੁਸਖੇ ਸਿੱਖੇ ਸਨ। ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਲੰਮੇ ਪੈ ਜਾਓ, ਮੈਂ ਤੁਹਾਡਾ ਪੇਟ ਦੇਖਦੀ ਹਾਂ ਕਿ ਇਹ ਦਰਦ ਕਿਸ ਕਾਰਨ ਹੋ ਰਿਹਾ। ਉਹ ਮੇਰੇ ਕਹਿਣ ਤੇ ਮੇਰੇ ਸਾਹਮਣੇ ਲੰਮੀ ਪੈ ਗਈ। ਜਦੋਂ ਮੈਂ ਉਸ ਦਾ ਪੇਟ ਨੂੰ ਹੱਥ ਨਾਲ ਚੈੱਕ ਕਰਿਆ ਤਾਂ ਮੈਂ ਉਸ ਨੂੰ ਦੱਸਿਆ ਕਿ ਤੇਰੇ ਨਾਭੀ ਸਾਈਡ ਤੇ ਹੋਈ ਹੈ ਤਾਂ ਕਰਕੇ ਹੀ ਤੇਰੇ ਦਰਦ ਹੁੰਦਾ ਹੈ। ਜਦੋਂ ਮੈਂ ਉਸਦੇ ਥੋੜ੍ਹੀ ਜਿਹੀ ਤੇਲ ਲਗਾ ਕੇ ਮਾਲਿਸ਼ ਕਰੀ ਤਾਂ ਉਸ ਨੂੰ ਦਰਦ ਵਿੱਚ ਕੁਝ ਰਾਹਤ ਮਿਲੀ ਤਾਂ ਉਸਨੇ ਸੁੱਖ ਦਾ ਸਾਹ ਲਿਆ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਮੈਨੂੰ ਬਚਾ ਹੀ ਲਿਆ। ਪਹਿਲਾਂ ਉਹ ਮੈਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਦੀ ਸੀ
ਤੇ ਜਦੋਂ ਵੀ ਉਹ ਮੇਰੇ ਵੱਲ ਦੇਖਦੀ ਤਾਂ ਮੈਨੂੰ ਇੰਜ ਲੱਗਦਾ ਸੀ ਕਿ ਉਹ ਮੈਨੂੰ ਖਾ ਹੀ ਜਾਵੇਗੀ। ਪਰ ਅੱਜ ਮੈਂ ਉਸ ਨੂੰ ਠੀਕ ਕਰਿਆ ਤਾਂ ਉਹ ਨਰਮ ਦਿਲੀ ਨਾਲ ਮੇਰੇ ਨਾਲ ਪੇਸ਼ ਆਈ। ਮੈਨੂੰ ਵੀ ਲੱਗ ਰਿਹਾ ਸੀ ਕਿ ਮੈਂ ਉਸ ਦਾ ਦਿਲ ਜਿੱਤ ਲਿਆ, ਕਿਉਂਕਿ ਉਹ ਪਹਿਰੇਦਾਰਾਂ ਵਿੱਚੋਂ ਹੈੱਡ ਪਹਿਰੇਦਾਰ ਸੀ। ਮੈਨੂੰ ਹੁਣ ਆਪਣੀ ਜਾਲ ਕਾਮਯਾਬ ਨਜ਼ਰ ਆਉਂਦੀ ਸੀ, ਕਿਉਂਕਿ ਮੈਂ ਚਾਹੁੰਦੀ ਸੀ ਕਿ ਮੇਰੀ ਹਰ ਇੱਕ ਨਾਲ ਦੋਸਤੀ ਹੋ ਜਾਵੇ ਤੇ ਮੈਂ ਉਸ ਬੇਸਮੈਂਟ ਦਾ ਰਾਜ਼ ਜਾਣ ਸਕਾਂ। ਮੇਰੀ ਕੋਸ਼ਿਸ਼ ਇਹੀ ਰਹਿੰਦੀ ਸੀ ਕਿ ਮੇਰੇ ਤੋਂ ਕਦੇ ਵੀ ਕੋਈ ਗਲਤੀ ਨਾ ਹੋਵੇ ਤੇ ਮੈਂ ਕਿਸੇ ਦੀਆਂ ਅੱਖਾਂ ਵਿੱਚ ਨਾ ਰੜਕਾਂ। ਮੈਨੂੰ ਜੇਲ੍ਹ ਵਿੱਚ ਆਈ ਨੂੰ 3 ਮਹੀਨੇ ਹੋ ਗਏ ਸਨ ਤੇ ਮੈਂ ਉੱਥੇ ਦੀ ਫੀਮੇਲ ਗਾਰਡ ਦਾ ਮੈਂ ਦਿਲ ਜਿੱਤ ਚੁੱਕੀ ਸੀ। ਹੁਣ ਮੈਨੂੰ ਜੇਲ੍ਹ ਦੇ ਦੂਸਰੇ ਪਾਸੇ ਜਾਣ ਤੋਂ ਕੋਈ ਨਹੀਂ ਸੀ ਰੋਕਦਾ। ਜਦੋਂ ਮੈਂ ਇੱਕ ਦਿਨ ਜੇਲ੍ਹ ਦੇ ਦੂਸਰੇ ਪਾਸੇ ਗਈ ਤਾਂ ਮੈਨੂੰ ਉੱਥੇ ਵੀ ਲੱਗਿਆ ਕਿ ਉੱਥੇ ਵੀ ਇਸ ਤਰ੍ਹਾਂ ਹੀ ਹੋ ਰਿਹਾ ਸੀ ਜੋ ਸਾਡੇ ਵਾਲੀ ਸਾਈਡ ਹੁੰਦਾ ਸੀ। ਲੜਕੀਆਂ ਜੇਲ੍ਹ ਵਿੱਚ ਆਉਂਦੀਆਂ ਸਨ ਤੇ ਫਿਰ ਉਹਨਾਂ ਦਾ ਟੈਸਟ ਕੀਤਾ ਜਾਂਦਾ ਸੀ। ਫਿਰ ਤੇ ਡਾਕਟਰਾਂ ਦੀ ਬਹੁਤ ਵੱਡੀ ਟੀਮ ਦੇਖਭਾਲ ਕਰਦੀ ਸੀ। ਉਹਨਾਂ ਦਾ ਬੱਚਾ ਪੈਦਾ ਕਰਨ ਤੋਂ ਬਾਅਦ ਹੀ ਉਹਨਾਂ ਦੀ ਮੌਤ ਹੋ ਜਾਣੀ। ਇਹ ਕਿੱਸਾ ਅਜੀਬੋ-ਗਰੀਬ ਸੀ ਤੇ ਮੇਰੀ ਤਾਂ ਸਮਝ ਤੋਂ ਬਿਲਕੁਲ ਹੀ ਬਾਹਰ ਸੀ। ਮੈਂ ਹੌਲੀ-ਹੌਲੀ ਜੇਲ੍ਹ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਜੇਲ੍ਹ ਵਿੱਚ ਜਿਹੜਾ ਲੜਕੀਆਂ ਨੂੰ ਖਾਣਾ ਦਿੱਤਾ ਜਾਂਦਾ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਸੀ, ਤਾਂ ਜੋ ਸਾਰੇ ਬੱਚੇ ਸਿਹਤਮੰਦ ਹੀ ਪੈਦਾ ਹੁੰਦੇ ਸਨ ਤੇ ਡਾਕਟਰਾਂ ਦੀ ਬਹੁਤ ਦੇਖਭਾਲ ਕਰਦੇ ਸਨ। ਇੱਕ ਰਾਤ ਨੂੰ ਜਦੋਂ ਮੈਂ ਜੇਲ੍ਹ ਦੇ ਦੂਸਰੇ ਪਾਸੇ ਗਈ ਤਾਂ ਉੱਥੇ ਲੰਬੀ ਲਾਈਨ ਵਿੱਚ ਕਮਰੇ ਸਨ ਤੇ ਸਾਰੇ ਕਮਰਿਆਂ ਦੇ ਗੇਟ ਕਾਲੇ ਰੰਗ ਦੇ ਸਨ ਤੇ ਸਾਰੇ ਕਮਰਿਆਂ ਵਿੱਚੋਂ ਲੜਕੀਆਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਪਹਿਲਵਾਨ ਕਪੂਰ ਇੱਕ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਕਮਰੇ ਦੇ ਅੰਦਰ ਗਿਆ ਤੇ ਫਿਰ ਨਾਲ ਦੀ ਨਾਲ ਦਰਵਾਜ਼ਾ ਬੰਦ ਹੋ ਗਿਆ। ਮੈਂ ਤਾਂ ਇਹ ਸਭ ਦੇਖ ਕੇ ਖੜੀ ਬੁੱਤ ਬਣ ਗਈ, ਕਿਉਂਕਿ ਲੜਕੀਆਂ ਦੀਆਂ ਚੀਕਾਂ ਬਹੁਤ ਜ਼ੋਰ ਨਾਲ ਸੁਣਾਈ ਦੇ ਰਹੀਆਂ ਸਨ। ਹਜੇ ਮੈਂ ਹੋਰ ਅੱਗੇ ਜਾਣਾ ਸੀ ਕਿ ਕਿਸੇ ਨੇ ਬੇਸਮੈਂਟ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੇਰੇ ਤਾਂ ਹੋਸ਼ ਹੀ ਉੱਡ ਗਏ ਸਨ। ਜਦੋਂ ਬੇਸਮੈਂਟ ਦਾ ਦਰਵਾਜ਼ਾ ਬੰਦ ਹੋਇਆ ਤਾਂ ਮੇਰਾ ਡਰ ਨਾਲ ਦਿਲ ਕੰਬ ਗਿਆ। ਮੈਂ ਜਿਵੇਂ ਹੀ ਆਈ ਸੀ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਹੌਲੀ-ਹੌਲੀ ਪੌੜੀਆਂ ਚੜ੍ਹਦੀ ਗਈ ਤਾਂ ਜਿਵੇਂ ਮੈਂ ਦਰਵਾਜ਼ੇ ਦੇ ਕੋਲ ਆਈ ਤਾਂ ਮੈਂ ਸੁੱਖ ਦਾ ਸਾਹ ਲਿਆ। ਦਰਵਾਜ਼ਾ ਸਿਰਫ ਬੰਦ ਹੀ ਕੀਤਾ ਸੀ, ਬਾਹਰੋਂ ਕਿਸੇ ਨੇ ਤਾਲਾ ਨਹੀਂ ਸੀ ਲਗਾਇਆ। ਕੁੜੀਆਂ ਦੇ ਨਾਲ ਬੰਦ ਕਮਰਿਆਂ ਦੇ ਵਿੱਚ ਕੀ ਹੋ ਰਿਹਾ ਸੀ ਇਹ ਮੈਂ ਦੇਖਣਾ ਚਾਹੁੰਦੀ ਸੀ, ਪਰ ਮੇਰਾ ਰਾਜ ਅਧੂਰਾ ਹੀ ਰਹਿ ਗਿਆ। ਇਹ ਜਾਣਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਕੰਮ ਸੀ, ਪਰ ਮੈਨੂੰ ਆਪਣੀ ਜਾਨ ਬਚਾਉਣ ਦੀ ਸੀ। ਮੈਂ ਜਿਵੇਂ ਆਈ ਸੀ ਉਵੇਂ ਹੀ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਚੁੱਪਚਾਪ ਆਪਣੀ ਜਗ੍ਹਾ ਤੇ ਆ ਕੇ ਲੰਮੀ ਪੈ ਗਈ। ਮੈਂ ਰੱਬ ਦਾ ਸ਼ੁਕਰ ਕੀਤਾ ਕਿ ਮੈਂ ਆਪਣੀ ਜਾਨ ਬਚਾ ਲਈ ਤੇ ਜਗ੍ਹਾ ਤੇ ਆ ਕੇ ਸੌਂ ਗਈ। ਇਵੇਂ ਹੀ ਫਿਰ ਇੱਕ ਹਫ਼ਤਾ ਲੰਘ ਗਿਆ। ਰੋਜ਼ ਨਵੀਆਂ ਕੁੜੀਆਂ ਆਉਂਦੀਆਂ ਸਨ ਤੇ ਪੁਰਾਣੀਆਂ ਕੁੜੀਆਂ ਚਲੀਆਂ ਜਾਂਦੀਆਂ ਸਨ। ਹਰ ਰੋਜ਼ ਬੱਚੇ ਪੈਦਾ ਹੁੰਦੇ ਸਨ। ਦਿਨ ਵਿੱਚ ਜਿੰਨੇ ਬੱਚੇ ਪੈਦਾ ਹੁੰਦੇ ਤਾਂ ਓਨੀਆਂ ਹੀ ਕੁੜੀਆਂ ਦੇ ਮਰਨ ਦੀ ਵੀ ਖਬਰ ਮਿਲ ਜਾਂਦੀ ਸੀ। ਮੈਂ ਉਸ ਹਫ਼ਤੇ ਦੁਬਾਰਾ ਬੇਸਮੈਂਟ ਵੱਲ ਜਾਣ ਦੀ ਹਿੰਮਤ ਨਾ ਕਰੀ, ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਕਿਸੇ ਨੂੰ ਮੇਰੇ ਤੇ ਸ਼ੱਕ ਹੋਵੇ। ਇਵੇਂ ਹੀ ਸਮਾਂ ਲੰਘਦਾ ਗਿਆ ਤਾਂ 2 ਹਫ਼ਤੇ ਹੋਰ ਲੰਘ ਗਏ। ਫਿਰ ਇੱਕ ਦਿਨ ਮੈਂ ਆਪਣੇ ਦਿਲ ਵਿੱਚ ਸੋਚ ਲਿਆ ਸੀ ਕਿ ਮੈਂ ਇਸ ਰਾਜ ਤੋਂ ਪਰਦਾ ਚੁੱਕ ਹੀ ਦੇਣਾ ਹੈ, ਤਾਂ ਮੈਂ ਉਸ ਰਾਤ ਹਿੰਮਤ ਕਰਕੇ ਬੇਸਮੈਂਟ ਵੱਲ ਜਾਣ ਦਾ ਇਰਾਦਾ ਬਣਾ ਲਿਆ। ਮੈਂ ਦਿਨ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹੀ ਕੰਮ ਕਰਿਆ, ਪਰ ਮੇਰੇ ਦਿਲ ਵਿੱਚ ਇਹ ਬੇਚੈਨੀ ਸੀ ਕਿ ਆਖਰ ਕੁੜੀਆਂ ਪ੍ਰੈਗਨੈਂਟ ਤੋਂ ਬਾਅਦ ਬੱਚੇ ਪੈਦਾ ਕਰਕੇ ਮਰ ਕਿਉਂ ਜਾਂਦੀਆਂ ਨੇ। ਕਿਉਂਕਿ ਜੋ ਉਸ ਰਾਤ ਮੈਂ ਕੁੜੀਆਂ ਦੀਆਂ ਚੀਕਾਂ ਸੁਣੀਆਂ ਸਨ, ਮੈਂ ਉਹਨਾਂ ਦੀ ਸੱਚਾਈ ਜਾਣਨਾ ਚਾਹੁੰਦੀ ਸੀ, ਕਿਉਂਕਿ ਮੈਨੂੰ ਇਹ ਤਾਂ ਪੱਕਾ ਵਿਸ਼ਵਾਸ ਸੀ ਕਿ ਕੁੜੀਆਂ ਦੇ ਨਾਲ ਕੁਝ ਨਾ ਕੁਝ ਤਾਂ ਗਲਤ ਜ਼ਰੂਰ ਹੋ ਰਿਹਾ ਹੈ, ਕਿਉਂਕਿ ਉਹ ਬਹੁਤ ਹੀ ਬੇਦਰਦੀ ਨਾਲ ਚੀਕਾਂ ਮਾਰ ਰਹੀਆਂ ਸਨ। ਪਤਾ ਨਹੀਂ ਉਹਨਾਂ ਦੇ ਨਾਲ ਇਸ ਤਰ੍ਹਾਂ ਕੀ ਹੋ ਰਿਹਾ ਸੀ। ਤਾਂ ਮੈਂ ਹੌਲੀ-ਹੌਲੀ ਉਸ ਬੇਸਮੈਂਟ ਵੱਲ ਚਲੀ ਗਈ। ਜਦੋਂ ਮੈਂ ਬੇਸਮੈਂਟ ਤੋਂ ਪੌੜੀਆਂ ਰਾਹੀਂ ਉਤਰੀ ਤਾਂ ਮੈਨੂੰ ਪਿੱਛੋਂ ਦੀ ਕਿਸੇ ਆਉਣ ਦੀ ਆਵਾਜ਼ ਸੁਣਾਈ ਦਿੱਤੀ, ਤਾਂ ਮੈਂ ਜਲਦੀ ਬੇਸਮੈਂਟ ਵਿੱਚ ਪਈ ਅਲਮਾਰੀ ਦੇ ਪਿੱਛੇ ਲੁਕ ਗਈ। ਜਦੋਂ ਮੈਂ ਅਲਮਾਰੀ ਦੇ ਪਿੱਛੇ ਲੁਕੀ ਤਾਂ ਮੈਨੂੰ ਲਗਾਤਾਰ ਹੀ ਪੈਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉੱਥੇ ਕੋਈ 1 ਜਾਂ 2 ਕੁੜੀਆਂ ਨਹੀਂ ਸੀ ਆ ਰਹੀਆਂ, ਉੱਥੇ ਤਾਂ ਤਕਰੀਬਨ 30 ਤੋਂ ਵੱਧ ਕੁੜੀਆਂ ਸਨ ਤੇ ਉਹਨਾਂ ਦੀ ਹਾਲਤ ਬਹੁਤ ਹੀ ਨਿਢਾਲ ਹੋ ਚੁੱਕੀ ਸੀ। ਉਹਨਾਂ ਦੀ ਹਾਲਤ ਇੱਕ ਬੇਜਾਨ ਜਿਹੀ ਸੀ ਤੇ ਉਹਨਾਂ ਕੁੜੀਆਂ ਨੂੰ 30 ਔਰਤਾਂ ਨੇ ਫੜਿਆ ਹੋਇਆ ਸੀ ਤੇ ਉਹ ਔਰਤਾਂ ਉਹਨਾਂ ਕੁੜੀਆਂ ਨੂੰ ਅਲੱਗ-ਅਲੱਗ ਕਮਰਿਆਂ ਵਿੱਚ ਲਿਜਾਣ ਲੱਗੀਆਂ। ਇੱਕ ਕਮਰੇ ਵਿੱਚ ਤਕਰੀਬਨ 10-10 ਕੁੜੀਆਂ ਚਲੀਆਂ ਗਈਆਂ। ਜਦੋਂ ਉਹ ਕਮਰਿਆਂ ਵਿੱਚ ਜਾਂਦੀਆਂ ਸਨ ਤੇ ਨਾਲ ਦੀ ਨਾਲ ਹੀ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ। ਮੈਂ ਚੁੱਪਚਾਪ ਇਹ ਸਭ ਕੁਝ ਦੇਖਦੀ ਸੀ, ਕਿਉਂਕਿ ਉੱਥੇ ਮੱਧਮ ਜਿਹੀ ਰੌਸ਼ਨੀ ਸੀ, ਜ਼ਿਆਦਾ ਚਾਨਣ ਨਹੀਂ ਸੀ। ਇਸ ਕਰਕੇ ਮੈਂ
ਅਲਮਾਰੀ ਦੇ ਪਿੱਛੇ ਖੜੀ ਕਿਸੇ ਨੂੰ ਦਿਖਾਈ ਨਾ ਦਿੱਤੀ। ਜਿਉਂ ਇਹ ਕੁੜੀਆਂ ਕਮਰਿਆਂ ਵਿੱਚ ਗਈਆਂ ਤਾਂ ਬਹੁਤ ਹੀ ਦਰਦ ਭਰੀਆਂ ਚੀਕਾਂ ਸੁਣਾਈ ਦਿੱਤੀਆਂ। ਜਦੋਂ ਮੈਂ ਇਸ ਤਰ੍ਹਾਂ ਕੁੜੀਆਂ ਦੀਆਂ ਚੀਕਾਂ ਸੁਣੀਆਂ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਦਿਲ ਹੀ ਫਟ ਜਾਵੇਗਾ। ਹੌਲੀ ਹੌਲੀ ਚੀਕਾਂ ਦੀ ਆਵਾਜ਼ ਘਟਦੀ ਗਈ ਤੇ ਹੌਲੀ ਹੌਲੀ ਬੇਸਮੈਂਟ ਵਿੱਚ ਖਾਮੋਸ਼ੀ ਛਾ ਗਈ। ਤੇ ਹੌਲੀ ਹੌਲੀ ਜਿਹੜੀਆਂ ਔਰਤਾਂ ਕੁੜੀਆਂ ਨੂੰ ਲੈ ਕੇ ਗਈਆਂ ਸਨ ਕਮਰਿਆਂ ਦੇ ਵਿੱਚ ਤਾਂ ਉਹ ਹੌਲੀ ਹੌਲੀ ਬੇਸਮੈਂਟ ਤੋਂ ਬਾਹਰ ਜਾਣ ਲੱਗੀਆਂ ਤੇ ਉਹ ਇੱਕ ਦੂਸਰੇ ਨੂੰ ਅੰਗੂਠੇ ਦਾ ਸਾਈਨ ਦਿਖਾ ਕੇ ਬਾਹਰ ਚਲੀਆਂ ਗਈਆਂ। ਇਹ ਸਾਰਾ ਕੁਝ ਦੇਖ ਕੇ ਤਾਂ ਮੇਰੀ ਜਾਨ ਨਿਕਲਣ ਵਾਲੀ ਸੀ। ਪਤਾ ਨਹੀਂ ਉਹਨਾਂ ਵਿਚਾਰੀਆਂ ਕੁੜੀਆਂ ਦੇ ਨਾਲ ਅੰਦਰ ਕੀ ਹੋਇਆ ਸੀ, ਪਰ ਮੈਂ ਇਹ ਜਾਣ ਨਾ ਸਕੀ। ਇਸ ਤੋਂ ਪਹਿਲਾਂ ਬੇਸਮੈਂਟ ਦਾ ਦਰਵਾਜ਼ਾ ਫਿਰ ਬੰਦ ਹੁੰਦਾ ਤਾਂ ਮੈਂ ਉਹਨਾਂ ਔਰਤਾਂ ਦੇ ਵਿੱਚ ਹੀ ਰਲ ਕੇ ਬਾਹਰ ਚਲੀ ਗਈ। ਤਾਂ ਮੈਂ ਆਪਣੀ ਮਸਾਂ ਹੀ ਜਾਨ ਬਚਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਜਿਸ ਮਕਸਦ ਲਈ ਉੱਥੇ ਗਈ ਸੀ ਉਹ ਅੱਜ ਵੀ ਮੇਰਾ ਅਧੂਰਾ ਹੀ ਰਹਿ ਗਿਆ ਸੀ। ਪਰ ਮੈਂ ਇੰਨੀ ਗੱਲ ਸਮਝ ਗਈ ਸੀ ਕਿ ਕੁੜੀਆਂ ਆਪ ਨਹੀਂ ਸੀ ਮਰਦੀਆਂ, ਕਿਉਂਕਿ ਕੁੜੀਆਂ ਦੀ ਹਾਲਤ ਮੈਂ ਦੇਖੀ ਸੀ। ਉਹਨਾਂ ਕੁੜੀਆਂ ਦੀ ਹਾਲਤ ਬੱਚਾ ਪੈਦਾ ਕਰਨ ਤੋਂ ਬਾਅਦ ਬਹੁਤ ਹੀ ਕਮਜ਼ੋਰ ਹਾਲਤ ਵਿੱਚ ਸਨ, ਕਿਉਂਕਿ ਇੱਥੋਂ ਪਤਾ ਲੱਗਦਾ ਸੀ ਕਿ ਉਹ ਬੱਚਾ ਪੈਦਾ ਕਰਨ ਤੋਂ ਬਾਅਦ ਤੁਰੰਤ ਬਾਅਦ ਨਹੀਂ ਮਰਦੀਆਂ, ਉਹਨਾਂ ਨੂੰ ਮਾਰਿਆ ਜਾਂਦਾ ਸੀ। ਪਰ ਮੈਨੂੰ ਇਹ ਗੱਲ ਸਮਝ ਨਹੀਂ ਸੀ ਆਉਂਦੀ ਕਿ ਉਹਨਾਂ ਨੂੰ ਬੇਸਮੈਂਟ ਵਿੱਚ ਲੈ ਕੇ ਮਾਰਿਆ ਜਾਂਦਾ ਸੀ ਤਾਂ ਉਹਨਾਂ ਨੂੰ ਉੱਥੇ ਜਾਂ ਕੈਦ ਕੀਤਾ ਜਾਂਦਾ ਸੀ। ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਪਰ ਮੈਨੂੰ ਜਿਵੇਂ ਵੀ ਇਸ ਰਾਜ ਦੀ ਆਖਰੀ ਮੰਜ਼ਿਲ ਤੱਕ ਪਹੁੰਚਣਾ ਸੀ, ਪਰ ਮੈਂ ਉਹ ਰਾਜ ਉਹਨਾਂ ਕਮਰਿਆਂ ਵਿੱਚ ਜਾ ਕੇ ਹੀ ਜਾਣ ਸਕਦੀ ਸੀ। ਪਰ ਮੈਂ ਹੁਣ ਸਿੱਧਾ ਉਹਨਾਂ ਕਮਰਿਆਂ ਵਿੱਚ ਜਾਣ ਦਾ ਆਪਣੇ ਅੰਦਰ ਪਲਾਨ ਤਿਆਰ ਕੀਤਾ। ਮੈਂ ਫਿਰ ਪੂਰਾ ਹਫ਼ਤਾ ਉੱਥੋਂ ਦੀ ਫੀਮੇਲ ਗਾਰਡ ਦੇ ਸਾਹਮਣੇ ਸਹੀ ਕੰਮ ਕਰਦੀ ਰਹੀ, ਕਦੇ ਵੀ ਕੋਈ ਗਲਤੀ ਨਹੀਂ ਸੀ ਕਰੀ। ਮੈਂ ਉਸ ਦੀ ਹਰ ਇੱਕ ਗੱਲ ਨੂੰ ਮੰਨਦੀ ਤੇ ਉਸ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੰਦੀ। ਮੈਨੂੰ ਜਿਵੇਂ ਵੀ ਉਹ ਕਹਿੰਦੀ ਮੈਂ ਉਵੇਂ ਹੀ ਕਰਦੀ ਸੀ, ਕਿਉਂਕਿ ਉਸ ਦਾ ਮੈਂ ਯਕੀਨ ਤਾਂ ਪਹਿਲਾਂ ਹੀ ਜਿੱਤ ਚੁੱਕੀ ਸੀ। ਬਸ ਹੁਣ ਤਾਂ ਮੈਂ ਕਿਸੇ ਵੀ ਤਰ੍ਹਾਂ ਉਹਨਾਂ ਦੀ ਟੀਮ ਦਾ ਹਿੱਸਾ ਬਣਨਾ ਸੀ ਤੇ ਉਹ ਮੇਰੇ ਤੇ ਪੂਰਾ ਯਕੀਨ ਕਰ ਸਕੇ ਤੇ ਮੈਂ ਜਾਣ ਸਕਦੀ ਸੀ ਕਿ ਉੱਥੇ ਕੁੜੀਆਂ ਨਾਲ ਅਜਿਹਾ ਕੀ ਹੁੰਦਾ ਸੀ। ਮੈਂ 2 ਹਫ਼ਤੇ ਲਗਾਤਾਰ ਉਹਨਾਂ ਦੇ ਮੁਤਾਬਕ ਹੀ ਕੰਮ ਕੀਤਾ ਤੇ ਆਖਰਕਾਰ ਮੈਨੂੰ ਉਹਨਾਂ ਨੇ ਆਪਣੀ ਟੀਮ ਦਾ ਹਿੱਸਾ ਬਣਾ ਹੀ ਲਿਆ। ਤੇ ਅੱਜ ਉਹ ਦਿਨ ਵੀ ਆ ਹੀ ਗਿਆ ਜਦੋਂ ਹਕੀਕਤ ਮੇਰੀਆਂ ਅੱਖਾਂ ਦੇ ਸਾਹਮਣੇ ਆਉਣੀ ਸੀ। ਸਾਰੇ ਰਾਜ ਤੋਂ ਪਰਦਾ ਅੱਜ ਉੱਠ ਹੀ ਜਾਣਾ ਸੀ। ਤਾਂ ਮੈਨੂੰ ਉਹਨਾਂ ਦੀ ਟੀਮ ਦੀ ਸਰਦਾਰ ਨੇ ਕਿਹਾ ਕਿ ਤੂੰ ਅੱਜ ਰਾਤ ਨੂੰ 2 ਵਜੇ ਠੀਕ ਸਾਡੇ ਕੋਲ ਪਹੁੰਚ ਜਾਈਂ, ਅਸੀਂ ਤੈਨੂੰ ਕਿਸੇ ਖਾਸ ਜਗ੍ਹਾ ਤੇ ਲੈ ਕੇ ਜਾਣਾ ਹੈ। ਕਿਉਂਕਿ ਮੈਨੂੰ ਇਹਨਾਂ ਦਾ ਪਤਾ ਸੀ ਕਿ ਉਹ ਮੈਨੂੰ ਬੇਸਮੈਂਟ ਵਿੱਚ ਹੀ ਲੈ ਕੇ ਜਾਣਗੇ। ਬਸ ਮੈਨੂੰ ਵੀ ਅੱਜ ਦੀ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਮੈਨੂੰ ਅੱਜ ਰਾਤ ਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਸੀ ਤੇ ਆਖਿਰਕਾਰ ਮੇਰਾ ਇੰਤਜ਼ਾਰ ਵੀ ਖਤਮ ਹੋ ਹੀ ਗਿਆ ਸੀ। ਜਿਵੇਂ ਹੀ ਰਾਤ ਦੇ 2 ਵਜੇ ਤਾਂ ਉਹ ਮੈਨੂੰ ਆਪਣੇ ਨਾਲ ਲੈ ਗਏ, ਪਰ ਉਹ ਜਿੱਧਰ ਮੈਨੂੰ ਲੈ ਕੇ ਜਾ ਰਹੇ ਸਨ ਉਹ ਇੱਕ ਨਵੀਂ ਜਗ੍ਹਾ ਸੀ। ਮੈਂ ਹੈਰਾਨ ਸੀ ਕਿ ਪਤਾ ਨਹੀਂ ਇਸ ਜੇਲ੍ਹ ਦੇ ਕਿੰਨੇ ਖੁਫੀਆ ਰਸਤੇ ਸਨ। ਮੈਂ ਉਹਨਾਂ ਦੇ ਪਿੱਛੇ ਇੱਕ ਕਮਰੇ ਵਿੱਚ ਦਾਖਲ ਹੋ ਗਈ ਤਾਂ ਸਾਹਮਣੇ ਇੱਕ ਵੱਡਾ ਸ਼ੀਸ਼ਾ ਸੀ। ਉਸ ਸ਼ੀਸ਼ੇ ਦੇ ਖੱਬੇ ਪਾਸੇ ਇੱਕ ਬਟਨ ਲੱਗਿਆ ਹੋਇਆ ਸੀ। ਟੀਮ ਦੇ ਸਰਦਾਰ ਨੇ ਉਸ ਬਟਨ ਨੂੰ ਦੱਬਿਆ ਤਾਂ ਸ਼ੀਸ਼ਾ ਕੰਧ ਦੇ ਨਾਲ ਲੱਗ ਗਿਆ ਤਾਂ ਅੱਗੇ ਜਾਣ ਦਾ ਰਸਤਾ ਖੁੱਲ ਗਿਆ ਤੇ ਉਹ ਅੱਗੇ ਤੁਰ ਪਏ। ਤਾਂ ਅੱਗੇ ਜਾ ਕੇ ਇੱਕ ਹੋਰ ਬੇਸਮੈਂਟ ਸੀ। ਮੈਂ ਇਹ ਸਾਰਾ ਕੁਝ ਦੇਖ ਕੇ ਹੈਰਾਨ ਹੋ ਗਈ, ਕਿਉਂਕਿ ਮੈਂ ਤਾਂ ਅਜੇ ਤੱਕ ਇਹੀ ਸਮਝ ਰਹੀ ਸੀ ਕਿ ਇਸ ਜੇਲ੍ਹ ਵਿੱਚ ਸਿਰਫ ਇੱਕ ਹੀ ਬੇਸਮੈਂਟ ਹੈ, ਜਿਹੜੀ ਮੈਂ ਪਹਿਲਾਂ ਹੀ ਦੇਖ ਚੁੱਕੀ ਸੀ। ਪਰ ਮੈਨੂੰ ਅੱਜ ਸਮਝ ਆਈ ਸੀ ਕਿ ਇੱਥੇ ਤਾਂ ਬਹੁਤ ਖੁਫੀਆ ਰਸਤੇ ਹਨ ਤੇ ਬਹੁਤ ਹੀ ਵੱਡੇ ਰਾਜ ਸਨ। ਤਾਂ ਅਸੀਂ ਬੇਸਮੈਂਟ ਦੀਆਂ ਪੌੜੀਆਂ ਉਤਰਦੇ ਹੋਏ ਥੱਲੇ ਚਲੇ ਗਏ ਤਾਂ ਮੇਰੇ ਅੱਖਾਂ ਅੱਗੇ ਹਨੇਰਾ ਆ ਗਿਆ ਕਿ ਇਹ ਬੇਸਮੈਂਟ ਵੀ ਪਹਿਲਾਂ ਵਾਲੀ ਬੇਸਮੈਂਟ ਵਰਗੀ ਸੀ। ਉੱਥੇ ਵੀ ਲਾਈਨਾਂ ਵਿੱਚ ਕਮਰੇ ਬਣੇ ਸਨ ਤੇ ਸਾਰੇ ਕਮਰਿਆਂ ਦੇ ਗੇਟ ਕਾਲੇ ਰੰਗ ਦੇ ਸਨ। ਸਾਰਿਆਂ ਨੇ 10-10 ਜਾਣਿਆਂ ਦੀ ਟੀਮ ਬਣਾ ਲਈ ਤੇ ਇੱਕ ਕਮਰੇ ਵਿੱਚ 10-10 ਜਾਣੇ ਚਲੇ ਗਏ ਤੇ ਇੱਕ ਕਮਰੇ ਵਿੱਚ ਮੈਂ ਵੀ ਉਹਨਾਂ ਦੇ ਨਾਲ ਚਲੀ ਗਈ। ਜਦੋਂ ਮੈਂ ਉਸ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਮੈਂ ਤਾਂ ਹੈਰਾਨ ਰਹਿ ਗਈ। ਉਹ ਤਾਂ ਕਮਰਾ ਇੱਕ ਹਸਪਤਾਲ ਦੇ ਕਮਰੇ ਵਰਗਾ ਸੀ ਤੇ ਉੱਥੇ 10 ਬੈੱਡ ਲੱਗੇ ਹੋਏ ਸਨ ਤੇ ਉਹ ਇੱਕ ਵਾਰਡ ਰੂਮ ਵਰਗਾ ਲੱਗ ਰਿਹਾ ਸੀ। ਹਰੇਕ ਬੈੱਡ ਦੇ ਨਾਲ ਇੱਕ ਪਰਦਾ ਪਾਇਆ ਹੋਇਆ ਸੀ ਤੇ ਹਰ ਬੈੱਡ ਤੇ ਇੱਕ ਕੁੜੀ ਪਈ ਹੋਈ ਸੀ। ਡਾਕਟਰ ਉਹਨਾਂ ਦਾ ਆਪਰੇਸ਼ਨ ਕਰ ਰਹੇ ਸਨ ਤੇ ਕੁਝ ਦੇਰ ਬਾਅਦ ਹੀ ਬੱਚਿਆਂ ਦੇ ਰੋਣ ਦੀ ਆਵਾਜ਼ ਆਉਣ ਲੱਗੀ। ਉੱਥੇ ਡਾਕਟਰ ਆਪਰੇਸ਼ਨ ਕਰ ਰਹੇ ਸਨ ਤੇ ਬੱਚੇ ਪੈਦਾ ਹੋਣ ਤੋਂ ਬਾਅਦ ਨਰਸਾਂ ਬੱਚਿਆਂ ਨੂੰ ਕੱਪੜੇ ਵਿੱਚ ਲਪੇਟ ਕੇ ਉਹਨਾਂ ਦੀ ਸੰਭਾਲ ਕਰ ਰਹੀਆਂ ਸਨ ਤੇ ਨਾਲ ਦੀ ਨਾਲ ਸਾਨੂੰ ਇੱਕ ਬੱਚਾ ਫੜਾਉਣ ਲੱਗੇ ਤੇ ਕੁਝ ਹੋਰ ਔਰਤਾਂ ਵੀ ਉੱਥੇ ਆ ਗਈਆਂ ਤੇ ਉਹ ਔਰਤਾਂ ਬੱਚਿਆਂ ਨੂੰ ਨਾਲ ਲੈ ਕੇ ਚਲੀਆਂ ਗਈਆਂ
ਘੰਟੇ ਕੋ ਬਾਅਦ ਉਹਨਾਂ ਕੁੜੀਆਂ ਨੂੰ ਹੋਸ਼ ਆਈ ਤਾਂ ਫਿਰ ਉਹਨਾਂ ਕੁੜੀਆਂ ਨੂੰ ਵੀ ਬਾਹਰ ਨੂੰ ਲਿਜਾਣ ਲਈ ਕਿਹਾ ਗਿਆ। ਮੈਂ ਵੀ ਇੱਕ ਕੁੜੀ ਨੂੰ ਫੜ ਕੇ ਬਾਹਰ ਚਲੀ ਗਈ ਤੇ ਉਹਨਾਂ ਸਾਰੀਆਂ ਕੁੜੀਆਂ ਨੂੰ ਅਸੀਂ ਦੂਜੇ ਬੇਸਮੈਂਟ ਵਿੱਚ ਲੈ ਕੇ ਚਲੇ ਗਏ ਤੇ 10-10 ਕੁੜੀਆਂ ਨੂੰ ਇੱਕ ਇੱਕ ਕਮਰੇ ਵਿੱਚ ਲਿਜਾਇਆ ਗਿਆ। ਇਹ ਦੇਖ ਕੇ ਹੈਰਾਨ ਸੀ ਕਿ ਜੋ ਉਸ ਸਮੇਂ ਮੈਂ ਕਮਰੇ ਵਿੱਚ ਦੇਖਿਆ, ਉਹ ਦੇਖ ਕੇ ਤਾਂ ਮੇਰਾ ਕਾਲਜਾ ਹੀ ਫਟ ਗਿਆ। ਉੱਥੇ 10 ਮਰਦ ਸਨ ਤੇ ਉਹਨਾਂ ਦੇ ਹੱਥਾਂ ਵਿੱਚ ਜ਼ਹਿਰ ਦੀਆਂ ਬੋਤਲਾਂ ਸਨ। ਉਹ ਕੁੜੀਆਂ ਸ਼ਾਇਦ ਜਾਣਦੀਆਂ ਸੀ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ ਤੇ ਉਹਨਾਂ ਨੇ ਇਹ ਦੇਖ ਕੇ ਉੱਚੀ ਉੱਚੀ ਚੀਕਾਂ ਮਾਰਨੀਆਂ ਤੇ ਰੋਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀਆਂ ਚੀਕਾਂ ਦਿਲ ਦਹਿਲਾ ਦੇਣ ਵਾਲੀਆਂ ਸਨ। ਬੇਸਮੈਂਟ ਚੀਕਾਂ ਨਾਲ ਗੂੰਜਣ ਲੱਗ ਪਈ ਸੀ ਤੇ ਜ਼ਬਰਦਸਤੀ ਉਹਨਾਂ ਨੂੰ ਉਹਨਾਂ ਦੇ ਮੂੰਹਾਂ ਵਿੱਚ ਜ਼ਹਿਰ ਪਾਇਆ ਗਿਆ ਤੇ ਕੁਝ ਹੀ ਟਾਈਮ ਵਿੱਚ ਉਹ ਕੁੜੀਆਂ ਮੇਰੇ ਸਾਹਮਣੇ ਤੜਫਦੀਆਂ ਮਰ ਗਈਆਂ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਖਤਰਨਾਕ ਮੰਜ਼ਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਇਹ ਰਾਤ ਮੇਰੇ ਲਈ ਬਹੁਤ ਹੀ ਖਤਰਨਾਕ ਰਾਤ ਸੀ, ਪਰ ਜਦੋਂ ਮੈਨੂੰ ਉਹਨਾਂ ਦੀ ਹਕੀਕਤ ਦਾ ਪਤਾ ਲੱਗਿਆ ਤਾਂ ਮੈਂ ਉਹ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹ ਕੁੜੀਆਂ ਇਹੋ ਜਿਹੀਆਂ ਹੋਣਗੀਆਂ। ਉਹਨਾਂ ਕੁੜੀਆਂ ਦੀ ਸੱਚਾਈ ਜਾਣ ਕੇ ਤਾਂ ਮੇਰੀ ਰੂਹ ਕੰਬ ਉੱਠੀ ਸੀ। ਉਹ ਕੁੜੀਆਂ ਕੁਝ ਤਾਂ ਵੇਸ਼ਵਾ ਸਨ ਤੇ ਉਹ ਅਲੱਗ-ਅਲੱਗ ਇਲਾਕਿਆਂ ਤੋਂ ਪਕੜੀਆਂ ਗਈਆਂ ਸਨ। ਉਹਨਾਂ ਦੇ ਆਪਣੇ ਕਾਰੋਬਾਰ ਚੱਲਦੇ ਸਨ। ਕਈ ਕੁੜੀਆਂ ਨੂੰ ਹੋਟਲਾਂ ਦੇ ਵਿੱਚ ਰੰਗੇ ਹੱਥੀਂ ਫੜਿਆ ਗਿਆ ਸੀ ਤੇ ਕਈ ਕੁੜੀਆਂ ਨੂੰ ਕੋਠੇ ਵਿੱਚੋਂ ਫੜ ਕੇ ਲਿਆਂਦਾ ਗਿਆ ਸੀ ਤੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਸਨ, ਉਹਨਾਂ ਨੂੰ ਫੜ ਕੇ ਮਿਸਰ ਦੀ ਇਸ ਜੇਲ੍ਹ ਵਿੱਚ ਲਿਆਂਦਾ ਜਾਂਦਾ ਸੀ। ਜਿਹੜੀਆਂ ਕੁੜੀਆਂ ਗਰਭਵਤੀ ਹੁੰਦੀਆਂ ਸਨ ਤਾਂ ਉਹਨਾਂ ਦਾ 9 ਮਹੀਨੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਸੀ ਤੇ ਜਦੋਂ ਬੱਚਾ ਪੈਦਾ ਹੁੰਦੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮੌਤ ਦਾ ਐਲਾਨ ਹੁੰਦਾ ਸੀ। ਇਸਲਾਮ ਮਜ਼ਹਬ ਦੇ ਮੁਤਾਬਿਕ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇਹ ਕੁੜੀਆਂ ਉਹੀ ਹੁੰਦੀਆਂ ਸਨ ਜੋ ਗਰਭਵਤੀ ਹੁੰਦੀਆਂ ਸਨ ਤੇ ਜਿਹੜੀਆਂ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਸਨ। ਜਿਹੜੀਆਂ ਕੁੜੀਆਂ ਗਰਭਵਤੀ ਨਹੀਂ ਹੁੰਦੀਆਂ ਸਨ, ਉਹਨਾਂ ਨੂੰ ਉਦੋਂ ਹੀ ਉਹਨਾਂ ਦੇ ਕੰਮ ਦੀ ਸਜ਼ਾ ਮਿਲ ਜਾਂਦੀ ਸੀ। ਸਬੂਤਾਂ ਦੇ ਆਧਾਰ ਤੇ ਹੀ ਉਹਨਾਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਕਰਨ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਤੇ ਕਈ ਕੁੜੀਆਂ ਪਿਆਰ ਮੁਹੱਬਤ ਦੇ ਚੱਕਰਾਂ ਵਿੱਚ ਘਰਾਂ ਤੋਂ ਭੱਜੀਆਂ ਹੋਈਆਂ ਹੁੰਦੀਆਂ ਸਨ। ਕਈ ਕੁੜੀਆਂ ਜਾਣਬੁੱਝ ਕੇ ਜਿਸਮ ਫਰੋਸ਼ੀ ਦਾ ਵਪਾਰ ਕਰਦੀਆਂ ਸਨ। ਇਸਲਾਮ ਵਿੱਚ ਜਿਹੜੀ ਔਰਤ ਗੈਰ ਮਰਦ ਨਾਲ ਸੰਬੰਧ ਬਣਾਉਂਦੀ ਸੀ ਤਾਂ ਉਸ ਦੀ ਸਜ਼ਾ 100 ਕੌੜੇ ਹੁੰਦੀ ਸੀ, ਪਰ ਇਸ ਜੇਲ੍ਹ ਵਿੱਚ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਸੀ। ਉਸ ਦਿਨ ਮੈਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਸਿਰਫ ਕੁੜੀਆਂ ਨੂੰ ਹੀ ਨਹੀਂ ਬਲਕਿ ਮਰਦਾਂ ਨੂੰ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਸਜ਼ਾ ਖਤਰਨਾਕ ਹੀ ਮਿਲਦੀ ਸੀ। ਮਿਸਰ ਦੀ ਜੇਲ੍ਹ ਸਿਰਫ ਇਸ ਕਰਕੇ ਹੀ ਬਣਾਈ ਗਈ ਸੀ। 3 ਦਿਨ ਹੋ ਗਏ ਸਨ ਜਦੋਂ ਉਹਨਾਂ ਕੁੜੀਆਂ ਨੂੰ ਉਹਨਾਂ ਦੀ ਕੀਤੇ ਦੀ ਸਜ਼ਾ ਮੌਤ ਮਿਲ ਜਾਂਦੀ ਸੀ ਤਾਂ ਉਹਨਾਂ ਦੇ ਪੈਦਾ ਹੋਏ ਬੱਚਿਆਂ ਨੂੰ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਜਾਂਦਾ ਸੀ, ਜਿੱਥੇ ਉਹਨਾਂ ਬੱਚਿਆਂ ਦੀ ਪਰਵਰਿਸ਼, ਪੜ੍ਹਾਈ ਲਿਖਾਈ ਦਾ ਖਰਚਾ ਅਨਾਥ ਆਸ਼ਰਮ ਵੱਲੋਂ ਹੁੰਦਾ ਸੀ। ਮੈਨੂੰ ਇੱਥੇ ਗੈਰ ਕਾਨੂੰਨੀ ਕੰਮ ਕਰਨ ਵਿੱਚ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਮੈਨੂੰ 1 ਸਾਲ ਦੀ ਸਜ਼ਾ ਹੋਈ ਸੀ, ਪਰ ਮੈਂ 1 ਸਾਲ ਦੇ ਵਿੱਚ ਬਹੁਤ ਕੁਝ ਜੇਲ੍ਹ ਵਿੱਚੋਂ ਸਿੱਖਿਆ। 1 ਸਾਲ ਬਾਅਦ ਮੇਰੀ ਸਜ਼ਾ ਪੂਰੀ ਹੋ ਗਈ ਤੇ ਮੈਨੂੰ ਆਜ਼ਾਦ ਕਰ ਦਿੱਤਾ ਗਿਆ ਤੇ ਮੈਨੂੰ ਮਿਸਰ ਤੋਂ ਵਾਪਸ ਹਿੰਦੁਸਤਾਨ ਭੇਜ ਦਿੱਤਾ ਗਿਆ। ਹੁਣ ਮੈਂ ਪਿਛਲੇ 1 ਮਹੀਨੇ ਤੋਂ ਮੈਂ ਪ੍ਰਾਈਵੇਟ ਸਕੂਲ ਵਿੱਚ ਜੌਬ ਕਰ ਰਹੀ ਹਾਂ, ਪਰ 1 ਸਾਲ ਵਿੱਚ ਮੈਂ ਜੋ ਸਿੱਖਿਆ, ਚਾਹੇ ਕੁੜੀਆਂ ਹੋਣ ਚਾਹੇ ਮੁੰਡੇ, ਇਸ ਘਿਨੌਣੇ ਕੰਮ ਤੋਂ ਹਮੇਸ਼ਾ ਬਚ ਕੇ ਹੀ ਰਹਿਣਾ ਚਾਹੀਦਾ ਹੈ। ਹਾਂਜੀ ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਰਾਏ ਹਨ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।